प्यारे बच्चों, अज आपां सिखण परिणाम आधारित अभ्यास पुस्तक जमात 5वीं दा वातावरण सिक्ख्या विषय करांगे। इहदियां वर्कशीट नंबर 2 तक आपां कर चुके हैं। अज आपां वर्कशीट नंबर 3 करांगे, जिहड़ी कि तुहाडे अध्याय 1 तो लैके 11 चों लई गई है। ਜਿਹੜੇ ਵੀ ਤੁਹਾਡੇ ਬੇਟੇ ਪੈਸ ਦੇ ਅੱਗੇ ਐਗਜ਼ਾਮ 21 ਤਰੀਕ ਤੋਂ ਸ਼ੁਰੂ ਹੋ ਰਹੇ ਹੈ, ਉਹਨਾਂ ਵਿੱਚ ਸਾਰੇ ਪ੍ਰਸ਼ਨ ਇਹਨਾਂ ਵਿੱਚੋਂ ਹੀ ਆ ਰਹੇ ਆ। ਜਿਹੜੇ ਪਹਿਲਾਂ ਹੋਏ ਆ ਤੁਹਾਡੇ ਉਹਨਾਂ ਚੋਂ ਵੀ ਵਰਕਬੁੱਕ ਚੋਂ ਹੀ ਆ ਰਹੇ। ਸਾਰੀਆਂ ਜਮਾਤਾਂ ਦੇ ਤੁਹਾਡੇ ਵਰਕਬੁੱਕ ਜਿਹੜੀਆਂ ਦਿੱਤੀਆਂ ਹੋਈਆਂ ਤੁਹਾਨੂੰ ਉਹਦੇ ਵਿੱਚੋਂ ਹੀ ਕਾਫੀ ਪ੍ਰਸ਼ਨ ਆਏ ਹੈ। ਤਾਂ ਤੁਸੀਂ ਇਹ ਸਾਰੇ ਪ੍ਰਸ਼ਨ ਬੜੇ ਧਿਆਨ ਨਾਲ ਕਰਨੇ ਆ। ਆਪਾਂ ਸਟਾਰਟ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ, ਦੇਖੋ ਇਹਦੇ ਚ ਬੱਚੋ ਉਵੇਂ ਹੀ ਹੈ ਸਾਰੇ। ਇੱਕ ਪ੍ਰਸ਼ਨ ਦਿੱਤਾ ਹੋਊਗਾ, ਉਹਦੇ ਅੱਗੇ 4 ਵਿਕਲਪ ਦਿੱਤੇ ਹੋਣਗੇ। ਤੁਸੀਂ ਚਾਰਾਂ ਦੇ ਵਿੱਚੋਂ ਇੱਕ ਦਾ ਜਿਹੜਾ ਉੱਤਰ ਹੋਊਗਾ ਉਹਦੇ ਤੇ ਸਹੀ ਦੀ ਨਿਸ਼ਾਨੀ ਲਗਾਣੀ ਹੈ। ਉਹਨੂੰ ਧਿਆਨ ਨਾਲ ਪੜ੍ਹਨਾ ਹੈ। ਸਾਰੇ ਵਿਕਲਪ ਤੁਸੀਂ ਧਿਆਨ ਨਾਲ ਪੜ੍ਹਨੇ ਹੈ। ਪਹਿਲਾ ਪ੍ਰਸ਼ਨ ਹੈ, ਜੇ ਕਿਸੇ ਸਥਾਨ ਦੇ ਤਾਪਮਾਨ ਵਿੱਚ ਤਬਦੀਲੀ ਆ ਜਾਂਦੀ ਹੈ ਤਾਂ ਉਸ ਦਾ ਕੀ ਕਾਰਨ ਹੋ ਸਕਦਾ ਹੈ। ਉਹ ਕਹਿੰਦਾ ਸਥਾਨ ਦੇ ਤਾਪਮਾਨ ਵਿੱਚ। ਊੜੇ ਦੇ ਕਹਿੰਦਾ ਜੰਗਲਾਂ ਦੀ ਕਟਾਈ ਕਾਰਨ। ਐੜੇ ਤੇ ਕਹਿੰਦਾ ਜਲ ਚੱਕਰ ਵਿੱਚ ਤਬਦੀਲੀ ਕਾਰਨ। ਈੜੀ ਤੇ ਕਹਿੰਦਾ ਦੋਵੇਂ। ਸੱਸੇ ਤੇ ਕਹਿੰਦਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਬੱਚੋ ਜੋ ਸਥਾਨ ਦਾ ਤਾਪਮਾਨ ਬਦਲਦਾ ਉਹਦਾ ਮੇਨ ਜਿਹੜਾ ਉਹਦਾ ਕਾਰਨ ਹੁੰਦਾ ਜੰਗਲਾਂ ਦੀ ਕਟਾਈ ਹੁੰਦੀ ਹੈ। ਇਹ ਤੁਸੀਂ ਪੜ੍ਹ ਚੁੱਕੇ ਹੋ ਪਾਠ ਦੇ ਵਿੱਚ। ਤਾਂ ਆਪਾਂ ਊੜੇ ਦੇ ਉੱਪਰ ਸਹੀ ਦੀ ਨਿਸ਼ਾਨੀ ਲਗਾਵਾਂਗੇ। ਦੂਜਾ ਪ੍ਰਸ਼ਨ ਹੈ, ਧਰਤੀ ਦੇ ਕਿੰਨੇ ਪ੍ਰਤੀਸ਼ਤ ਜੀਵ ਜੰਤੂ ਅਤੇ ਪੌਦੇ ਜੰਗਲਾਂ ਵਿੱਚ ਹੀ ਵੱਧਦੇ ਫੁੱਲਦੇ ਹਨ। ਹੁਣ ਉਹ ਕਹਿੰਦੇ ਕਿੰਨੇ ਪ੍ਰਤੀਸ਼ਤ, ਕਿੱਥੇ ਜੰਗਲਾਂ ਵਿੱਚ ਵੱਧਦੇ ਫੁੱਲਦੇ ਹਨ। ਤਾਂ ਊੜੇ ਤੇ ਉਹ ਕਹਿੰਦਾ 50%, ਐੜੇ ਤੇ 60%, ਈੜੀ ਤੇ 70%, ਸੱਸੇ ਤੇ 80%। ਤਾਂ ਬੇਟੇ ਇਹਦਾ ਸਹੀ ਉੱਤਰ ਜਿਹੜਾ ਤੁਹਾਡਾ 70% ਹੈ। ਇਹਦੇ ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾਵਾਂਗੇ। ਤੀਸਰਾ ਪ੍ਰਸ਼ਨ ਹੈ, ਵਨ ਮਹਾਉਤਸਵ ਕਦੋਂ ਮਨਾਇਆ ਜਾਂਦਾ ਹੈ। ਤਾਂ ਵਨ ਮਹਾਉਤਸਵ ਤੁਸੀਂ ਹੁਣੇ ਮਨਾਇਆ ਸੀ ਨਾ ਪਿੱਛੇ। ਹੁਣ ਚੱਲ ਰਿਹਾ ਤੁਹਾਡਾ ਸਤੰਬਰ ਮਹੀਨਾ, ਤਾਂ ਜੁਲਾਈ ਦੇ ਵਿੱਚ ਹੀ ਮਨਾਇਆ ਸੀ ਆਪਾਂ। ਊੜੇ ਤੇ ਉਹ ਕਹਿੰਦੇ ਜੂਨ ਦੇ ਪਹਿਲੇ ਹਫਤੇ, ਐੜੇ ਤੇ ਜੁਲਾਈ ਦੇ ਪਹਿਲੇ ਹਫਤੇ। ਜਦੋਂ ਤੁਸੀਂ ਸਾਰੇ ਪੌਦੇ ਲਗਾਉਂਦੇ ਹੋ ਸਕੂਲ ਦੇ ਵਿੱਚ, ਸਾਰੇ ਬੱਚੇ ਸਕੂਲਾਂ 'ਚ ਪੌਦੇ ਲਗਾਉਂਦੇ ਆ, ਜਗ੍ਹਾ ਜਗ੍ਹਾ ਤੇ ਲਗਾਉਂਦੇ ਆ, ਤਾਂ ਉਹ ਮਹੀਨਾ ਬੱਚੋ ਜੁਲਾਈ ਦਾ ਹੁੰਦਾ। ਵੈਸੇ ਵੀ ਜੁਲਾਈ ਦੇ ਮਹੀਨੇ 'ਚ ਬਾਰਿਸ਼ਾਂ ਹੁੰਦੀਆਂ, ਤਾਂ ਕਰਕੇ ਇਸ ਮਹੀਨੇ ਨੂੰ ਵਨ ਮਹਾਉਤਸਵ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਈੜੀ ਦੇ ਅਗਸਤ ਦੇ ਪਹਿਲੇ ਹਫਤੇ, ਸੱਸੇ ਤੇ ਦਸੰਬਰ ਦੇ ਪਹਿਲੇ ਹਫਤੇ। ਤਾਂ ਇਹਦੇ ਚ ਉੱਤਰ ਜੁਲਾਈ ਦੇ ਪਹਿਲੇ ਹਫਤੇ 'ਚ ਹੈ, ਕਿਉਂਕਿ ਇਸ ਤੋਂ ਬਾਅਦ ਬਾਰਿਸ਼ਾਂ ਪੈਂਦੀਆਂ ਤਾਂ ਉਹਨੂੰ ਵਧਣ ਫੁੱਲਣ ਨੂੰ ਵੀ ਬਹੁਤ ਵਧੀਆ ਜਿਹੜੇ ਹੈਗੇ ਪੌਦੇ ਵੱਧ ਕੇ ਪੇੜ ਬਣ ਜਾਂਦੇ ਆ। ਅੱਗੇ ਚੌਥਾ ਪ੍ਰਸ਼ਨ ਹੈ, ਜੰਗਲਾਂ ਦੀ ਕਟਾਈ ਸੰਬੰਧੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਗਲਤ ਹੈ। ਹੁਣ ਬੱਚੋ ਇਹ ਧਿਆਨ ਨਾਲ ਦੇਖਣਾ। ਉਹਨਾਂ ਨੇ ਪੁੱਛਿਆ ਕਿ ਇਹ ਕਿਹੜਾ ਵਾਕ ਗਲਤ ਹੈ। ਜਿਹੜਾ ਗਲਤ ਹੋਊਗਾ ਉਹਦੇ ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾਵਾਂਗੇ। ਊੜੇ ਤੇ ਉਹ ਕਹਿੰਦਾ ਆਦੀਵਾਸੀ ਲੋਕਾਂ ਦਾ ਜੀਵਨ ਮੁਸ਼ਕਿਲ ਵਿੱਚ ਪੈ ਜਾਂਦਾ ਹੈ। ਤਾਂ ਆਦੀਵਾਸੀ ਲੋਕਾਂ ਦਾ ਜੀਵਨ ਮੁਸ਼ਕਿਲ ਵਿੱਚ ਪੈ ਜਾਂਦਾ ਹੈ ਤਾਂ ਸਹੀ ਹੈ। ਜੰਗਲਾਂ ਦੀ ਜਦੋਂ ਕਟਾਈ ਹੁੰਦੀ ਹੈ ਤਾਂ ਇਹਨਾਂ ਲੋਕਾਂ ਦਾ ਮੁਸ਼ਕਿਲ ਵਿੱਚ ਪੈ ਜਾਂਦੀ ਹੈ। ਐੜੇ ਦੇ ਉੱਪਰ ਧਰਤੀ ਦੀ ਉੱਪਰਲੀ ਪਰਤ ਕਮਜ਼ੋਰ ਹੋ ਕੇ ਖੁਰਨ ਲੱਗਦੀ ਹੈ। ਇਹ ਵੀ ਸਹੀ ਹੈ, ਪਰ ਆਪਾਂ ਵਾਕ ਗਲਤ ਲੱਭਣਾ। ਈੜੀ ਤੇ ਉਹ ਕਹਿੰਦਾ ਕਿਸੇ ਸਥਾਨ ਦੇ ਤਾਪਮਾਨ ਵਿੱਚ ਤਬਦੀਲੀ ਆ ਜਾਂਦੀ ਹੈ। ਇਹ ਵੀ ਜੰਗਲਾਂ ਦੀ ਕਟਾਈ ਕਰਕੇ ਹੀ ਹੁੰਦਾ। ਸੱਸੇ ਤੇ ਉਹ ਕਹਿੰਦਾ ਜਲ ਚੱਕਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ। ਇਹ ਗਲਤ ਹੈ। ਜਲ ਚੱਕਰ ਨੂੰ ਵੀ ਬੇਟੇ ਨੁਕਸਾਨ ਪਹੁੰਚਦਾ ਹੈ। ਤਾਂ ਇਹਨੂੰ ਆਪਾਂ ਸਹੀ ਦੀ ਨਿਸ਼ਾਨੀ ਮਤਲਬ ਸੱਸਾ ਵਿਕਲਪ ਜਿਹੜਾ ਤੁਹਾਡਾ ਨਿਸ਼ਾਨੀ ਲਾਵਾਂਗੇ। ਇਹ ਉੱਤਰ ਹੈ ਤੁਹਾਡਾ। ਪੰਜਵਾਂ ਪ੍ਰਸ਼ਨ ਹੈ, ਪੰਜਵੇਂ ਪ੍ਰਸ਼ਨ ਚੋਂ ਕਹਿੰਦਾ ਪੌਦੇ ਲਗਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜਦੋਂ ਆਪਾਂ ਪੌਦੇ ਲਗਾਉਂਦੇ ਹਾਂ ਉਦੋਂ ਕਿਹੜੀਆਂ ਗੱਲਾਂ ਧਿਆਨ ਰੱਖਣੀਆਂ ਦੇਖਦੇ ਹਾਂ। ਊੜੇ ਤੇ ਉਹ ਕਹਿੰਦਾ ਸਹੀ ਸਥਾਨ ਦੀ ਚੋਣ। ਐੜੇ ਤੇ ਕਹਿੰਦਾ ਖੇਤਰ ਮੁਤਾਬਿਕ ਸਹੀ ਪੌਦੇ ਦੀ ਚੋਣ। ਈੜੀ ਤੇ ਖੇਤਰੀ ਲੋਕ ਲਈ ਲਾਭਦਾਇਕ ਹੋਣ। ਸੱਸੇ ਤੇ ਉਪਰੋਕਤ ਸਾਰੀਆਂ। ਤਾਂ ਬੱਚੋ ਹੁਣ ਤੁਸੀਂ ਉਹੀ ਜੇ ਊੜੇ ਦੇ ਉੱਪਰ ਦੇਖ ਕੇ ਆਪਾਂ ਸਹੀ ਲਾ ਦਿੰਦੇ ਤਾਂ ਫਿਰ ਵੀ ਆਪਣਾ ਉੱਤਰ ਗਲਤ ਹੋ ਜਾਣਾ ਸੀ। ਆਪਾਂ ਨੇ ਤਿੰਨੇ ਦੇਖੇ, ਤਿੰਨੇ ਠੀਕ ਸੀ, ਤਾਂ ਆਪਾਂ ਸੱਸੇ ਤੇ ਨਿਸ਼ਾਨੀ ਲਾਵਾਂਗੇ ਉਪਰੋਕਤ ਸਾਰੀਆਂ। ਛੇਵਾਂ ਪ੍ਰਸ਼ਨ ਹੈ, ਛੇਵੇਂ ਪ੍ਰਸ਼ਨ 'ਚ ਕਹਿੰਦੇ ਆ ਕਿਹੜੇ ਪਦਾਰਥ ਨੂੰ ਸੁਕਾ ਕੇ ਕਈ ਦਿਨਾਂ ਤੱਕ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ। ਕਿਹੜੇ ਪਦਾਰਥ ਹੈ ਜਿਨ੍ਹਾਂ ਨੂੰ ਆਪਾਂ ਬਚਾ ਸਕਦੇ ਹਾਂ। ਦੇਖੋ ਊੜੇ ਤੇ ਉਹ ਕਹਿੰਦਾ ਮੇਥੀ ਅਤੇ ਸੇਬ। ਇਹਨੂੰ ਵੀ ਜੇ ਸੁਕਾ ਕੇ ਆਪਾਂ ਕਰਦੇ ਹਾਂ ਤਾਂ ਹੋ ਜਾਂਦਾ ਹੈ, ਹਾਂ ਬਚਾਇਆ ਜਾ ਸਕਦਾ ਹੈ। ਐੜੇ ਤੇ ਧਨੀਆ ਤੇ ਅੰਜੀਰ, ਇਹ ਵੀ ਠੀਕ ਹੈ, ਪਰ ਹੁਣ ਊੜਾ ਐੜਾ ਆਪਾਂ ਪਹਿਲੀਆਂ 'ਚ ਹੀ ਟਿਕ ਨਹੀਂ ਲਗਾ ਦੇਣੀ। ਈੜੀ ਤੇ ਉਹ ਕਹਿੰਦਾ ਅਦਰਕ ਅਤੇ ਔਲਾ, ਇਹ ਵੀ ਠੀਕ ਹੈ। ਸੱਸੇ ਤੇ ਉਪਰੋਕਤ ਸਾਰੇ, ਆਪਾਂ ਸੱਸੇ ਦੇ ਉੱਪਰ ਸਾਰੇ ਜਿਹੜੀ ਸਹੀ ਦੀ ਨਿਸ਼ਾਨੀ ਲਗਾਵਾਂਗੇ। ਬੇਟੇ ਇਹੋ ਜਿਹੇ ਕੁਐਸਚਨ ਥੋੜੇ ਧਿਆਨ ਨਾਲ ਕਰਿਆ ਕਰੋ ਜਿਹਦੇ ਚ ਉਪਰੋਕਤ ਸਾਰੇ ਜਾਂ ਆ ਜਾਂਦਾ ਹੈ, ਤਾਂ ਇਹੋ ਜਿਹੇ ਕੁਐਸਚਨਸ ਮੋਸਟਲੀ ਤੁਹਾਡੇ ਗਲਤ ਜਾਂਦੇ ਆ। ਨਹੀਂ ਤਾਂ 7ਵਾਂ ਪ੍ਰਸ਼ਨ ਹੈ,
7ਵੇਂ ਪ੍ਰਸ਼ਨ ਚੋਂ ਕਹਿੰਦਾ ਬੀਜ ਦੇ ਪੁੰਗਰਨ ਲਈ ਡੈਸ਼ ਦੀ ਜ਼ਰੂਰਤ ਹੁੰਦੀ ਹੈ। ਹੁਣ ਬੀਜ ਦੇ ਪੁੰਗਰਨ ਲਈ ਕਿਹਦੀ ਜ਼ਰੂਰਤ ਹੁੰਦੀ ਹੈ? ਊੜੇ ਤੇ ਨਮੀ ਅਤੇ ਗਰਮੀ ਇਹਦੀ ਹੁੰਦੀ ਹੈ। ਐੜੇ ਤੇ ਸਰਦੀ ਇਹਦੀ ਨਹੀਂ ਬੇਟੇ ਕਹਿ ਸਕਦੇ ਆਪਾਂ। ਈੜੀ ਤੇ ਹਵਾ, ਸੱਸੇ ਤੇ ਖਾਦ, ਤੇ ਇਹਦਾ ਉੱਤਰ ਊੜਾ ਹੀ ਆਊਗਾ। ਆਪਾਂ ਊੜੇ ਤੇ ਸਹੀ ਦੀ ਨਿਸ਼ਾਨੀ ਲਗਾਵਾਂਗੇ। 8ਵਾਂ ਹੈ ਜੇਕਰ ਫਸਲ ਖਰਾਬ ਹੋ ਰਹੀ ਹੋਵੇ ਤਾਂ ਡੈਸ਼ ਨੂੰ ਬੁਲਾਉਣਾ ਚਾਹੀਦਾ ਹੈ। ਤਾਂ ਹੁਣ ਜੇ ਫਸਲ ਖਰਾਬ ਹੋ ਰਹੀ ਹੈ ਕਿਹਦੀ ਗੱਲ ਕਰ ਰਹੇ ਹੋ? ਫਸਲ ਦੀ। ਤਾਂ ਕਿਹਨੂੰ ਬੁਲਾਉਣਾ ਚਾਹੀਦਾ? ਊੜੇ ਤੇ ਉਹ ਕਹਿੰਦਾ ਡਾਕਟਰ ਨੂੰ ਤਾਂ ਨਹੀਂ ਬੁਲਾਉਣਾ ਚਾਹੀਦਾ। ਐੜੇ ਤੇ ਮਾਲੀ, ਈੜੀ ਤੇ ਮੋਚੀ, ਸੱਸੇ ਤੇ ਖੇਤੀਬਾੜੀ ਮਾਹਰਾਂ। ਤਾਂ ਖੇਤੀਬਾੜੀ ਮਾਹਰਾਂ ਨੂੰ ਬੁਲਾਉਣਾ ਚਾਹੀਦਾ ਕਿਉਂਕਿ ਜਿਹੜੀ ਖਰਾਬ ਹੋਣ ਉਹ ਫਸਲ ਦੀ ਗੱਲ ਕਰ ਰਹੇ ਹੈ। 9ਵੇਂ ਪ੍ਰਸ਼ਨ ਤੇ ਹੈ ਜੇਕਰ ਕਿਸੇ ਕੁਦਰਤੀ ਆਫਤ ਨਾਲ ਫਸਲ ਤਬਾਹ ਹੋ ਜਾਵੇ ਤਾਂ ਸਰਕਾਰ ਵੱਲੋਂ, ਜੇ ਕੁਦਰਤੀ ਆਫਤ ਬੇਟੇ ਹੋ ਜਾਵੇ, ਤਬਾਹ ਹੋ ਜੇ, ਤਾਂ ਸਰਕਾਰ ਵੱਲੋਂ ਕੀ ਹੋਣਾ ਚਾਹੀਦਾ ਹੈ? ਊੜੇ ਤੇ ਹੈ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਐੜੇ ਤੇ ਨਵੀਂ ਫਸਲ ਦੀ ਬਿਜਾਈ ਕਰਨੀ ਚਾਹੀਦੀ ਹੈ। ਈੜੀ ਤੇ ਕੁਦਰਤੀ ਆਫਤਾਂ ਰੋਕਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੱਸੇ ਤੇ ਖਾਦ ਮੁਫਤ ਵੰਡਣੀ ਚਾਹੀਦੀ ਹੈ। ਤਾਂ ਜੇ ਕੁਦਰਤੀ ਆਫਤ ਨਾਲ ਫਸਲ ਤਬਾਹ ਹੋ ਜਾਵੇ ਤਾਂ ਸਰਕਾਰ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਸਰਕਾਰ ਵੱਲੋਂ ਦੇਣਾ ਚਾਹੀਦਾ ਮੁਆਵਜ਼ਾ। 10ਵਾਂ ਪ੍ਰਸ਼ਨ ਹੈ ਊੜੇ ਤੇ ਆਪਾਂ ਸਹੀ ਦੀ ਨਿਸ਼ਾਨੀ ਵਿੱਚੋਂ ਇਹ ਲਗਾਵਾਂਗੇ। 10ਵਾਂ ਪ੍ਰਸ਼ਨ ਹੈ ਭਾਰਤ ਵਿੱਚ ਡੈਸ਼ ਰਾਜ ਹਨ। ਤਾਂ ਭਾਰਤ ਵਿੱਚ ਹੁਣ ਅੱਜ ਮੌਜੂਦਾ ਜਿਹੜੇ ਰਾਜ ਨੇ ਉਹ 28 ਰਾਜ ਹੈ। 28 ਦੇ ਉੱਪਰ ਆਪਾਂ ਸਹੀ ਦੀ ਨਿਸ਼ਾਨੀ ਲਾਣੀ ਹੈ। ਐੜੇ ਤੇ ਦੇਖੋ ਲਿਖਿਆ 27 ਪਹਿਲਾਂ ਸੀ। ਈੜੀ ਤੇ 29 ਇਹ ਵੀ ਨਹੀਂ ਹੈ। ਸੱਸੇ ਤੇ 22। ਤਾਂ ਮੌਜੂਦਾ ਭਾਰਤ ਦੇ ਵਿੱਚ ਕਿੰਨੇ ਰਾਜ ਨੇ? 28 ਰਾਜ ਨੇ। 11ਵਾਂ ਹੈ ਡੱਬਾਬੰਦ ਭੋਜਨ ਖਰੀਦਣ ਤੋਂ ਪਹਿਲਾਂ ਕਿਸ ਚੀਜ਼ ਦੀ ਜਾਂਚ ਕਰ ਲੈਣੀ ਚਾਹੀਦੀ ਹੈ? ਤੇ ਡੱਬਾਬੰਦ ਭੋਜਨ ਆਪਾਂ ਜਿਹੜਾ ਹੈਗਾ ਉਹ ਤੋਂ ਕੀ ਜਾਂਚ ਕਰਨੀ ਚਾਹੀਦੀ ਹੈ? ਊੜੇ ਤੇ ਉਹ ਕਹਿੰਦਾ ਪੈਕੇਟ ਦੇ ਰੰਗ ਦੀ। ਐੜੇ ਤੇ ਕਹਿੰਦਾ ਭੋਜਨ ਖਰਾਬ ਹੋਣ ਦੀ ਮਿਤੀ। ਈੜੀ ਤੇ ਖਾਣਾ ਖਾਣ ਲਈ ਸਮਾਂ। ਸੱਸੇ ਤੇ ਉਪਰੋਕਤ ਸਾਰੇ। ਪਰ ਹੁਣ ਉਪਰੋਕਤ ਸਾਰੇ ਇਹਦੇ 'ਚ ਨਹੀਂ ਹੈ ਕਿਉਂਕਿ ਪੈਕੇਟ ਦੇ ਰੰਗ ਦੇ ਉਹਦੇ ਨਾਲ ਥੋੜੀ ਪਤਾ ਚੱਲਦਾ ਹੈ। ਭੋਜਨ ਦੇ ਖਰਾਬ ਹੋਣ ਦੀ ਬੱਚੋ ਮਿਤੀ ਦੇਖਣੀ ਚਾਹੀਦੀ ਹੈ ਆਪਾਂ ਨੂੰ ਕਿਉਂਕਿ ਮਿਤੀ ਤੋਂ ਬਾਅਦ ਜਿਹੜਾ ਹੁੰਦਾ ਹੈ ਕਈ ਉਹਦਾ ਹੁੰਦਾ ਵੀ ਉਸ ਤੋਂ ਬਾਅਦ ਉਹ ਖਰਾਬ ਹੋ ਜਾਂਦੇ ਆ। ਅੱਗੇ ਆਪਾਂ ਚੱਲਦੇ ਹਾਂ 86 ਨੰਬਰ ਪੇਜ ਦੇ ਉੱਪਰ ਵੀ ਤੁਹਾਡੀ ਵਰਕਸ਼ੀਟ 3 ਹੈ। ਤਾਂ ਵਰਕਸ਼ੀਟ ਨੰਬਰ 3 ਇਹਦੇ 'ਚ 12ਵਾਂ ਪ੍ਰਸ਼ਨ ਹੈ ਜੇ ਸਟੋਰ ਕੀਤੀ ਕਣਕ ਵਿੱਚ ਸੁਸਰੀ ਪੈ ਗਈ ਹੋਵੇ ਤਾਂ ਇਸ ਦਾ ਕੀ ਕਾਰਨ ਹੋ ਸਕਦਾ ਹੈ? ਸਟੋਰ ਕੀਤੀ ਕਣਕ 'ਚ ਉਹਦਾ ਕੀ ਕਾਰਨ ਹੁੰਦਾ ਜੋ ਸੁਸਰੀ ਪੈਂਦੀ ਹੈ? ਊੜੇ ਤੇ ਉਹ ਕਹਿੰਦਾ ਕਣਕ ਵਿੱਚ ਦਵਾਈ ਪਾਈ ਗਈ ਹੋਵੇਗੀ। ਦਵਾਈ ਨਾਲ ਸੁਸਰੀ ਨਹੀਂ ਪੈਂਦੀ। ਐੜੇ ਤੇ ਉਹ ਕਹਿੰਦਾ ਨਮੀ ਵਾਲੀ ਕਣਕ ਨੂੰ ਸਟੋਰ ਕੀਤਾ ਗਿਆ ਹੋਵੇਗਾ। ਨਮੀ ਵਾਲੀ ਕਣਕ ਨੂੰ ਸਟੋਰ ਕੀਤਾ ਜਾਂਦਾ ਹੈ ਨਾ ਤਾਂ ਸੁਸਰੀ ਪੈ ਜਾਂਦੀ ਹੈ। ਈੜੀ ਤੇ ਕਹਿੰਦਾ ਕਣਕ ਨੂੰ ਸੁਕਾ ਕੇ ਸਟੋਰ ਕੀਤਾ ਗਿਆ ਹੋਵੇਗਾ। ਜੇ ਸੁਕਾ ਕੇ ਸਟੋਰ ਕੀਤਾ ਜਾਵੇ ਤਾਂ ਵੀ ਸੁਸਰੀ ਨਹੀਂ ਪੈਂਦੀ। ਸੱਸੇ ਤੇ ਕਹਿੰਦਾ ਕਣਕ ਬਾਰਿਸ਼ ਤੋਂ ਬਚਾ ਕੇ ਰੱਖੀ ਗਈ ਹੋਵੇਗੀ। ਇਹਦੇ ਨਾਲ ਵੀ ਸੁਸਰੀ ਨਹੀਂ ਪੈਂਦੀ। ਤਾਂ ਐੜਾ ਉੱਤਰ ਬੱਚੋ ਤੁਹਾਡਾ ਸਹੀ ਹੈ। ਐੜੇ ਤੇ ਨਮੀ ਵਾਲੀ ਕਣਕ ਨੂੰ ਸਟੋਰ ਨਹੀਂ ਕੀਤਾ ਜਾਣਾ ਚਾਹੀਦਾ। 13ਵੇਂ ਪ੍ਰਸ਼ਨ ਤੇ ਕਹਿੰਦਾ ਕਣਕ ਨੂੰ ਡਰਮ ਵਿੱਚ ਕਦੋਂ ਸਟੋਰ ਕੀਤਾ ਜਾਣਾ ਚਾਹੀਦਾ ਹੈ? ਕਣਕ ਨੂੰ ਕਦੋਂ ਡਰਮ ਦੇ ਵਿੱਚ ਸਟੋਰ ਕੀਤਾ ਜਾਣਾ ਚਾਹੀਦਾ? ਊੜੇ ਤੋਂ ਕਹਿੰਦਾ ਤਾਜੀ ਕਣਕ ਨੂੰ ਡਰਮ ਵਿੱਚ ਪਾਉਣਾ ਚਾਹੀਦਾ। ਨਹੀਂ, ਤਾਜੀ ਨੂੰ ਨਹੀਂ ਪਾਉਣਾ ਚਾਹੀਦਾ। ਐੜੇ ਤੋਂ ਕਹਿੰਦੇ ਹੈ ਜਦੋਂ ਕਣਕ ਨੂੰ ਸੁਸਰੀ ਪਈ ਹੋਵੇ। ਸੁਸਰੀ ਪਈ ਨੂੰ ਤਾਂ ਹੋਰ ਸੁਸਰੀ ਪੈ ਜੂਗੀ ਜੇ ਤੁਸੀਂ ਡਰਮ 'ਚ ਪਾ ਦੋਗੇ। ਈੜੀ ਤੇ ਨਮੀ ਸੁੱਕਣ ਤੋਂ ਪਹਿਲਾਂ ਕਣਕ ਸਟੋਰ ਕਰ ਦੇਣੀ ਚਾਹੀਦੀ ਹੈ। ਨਮੀ ਵਾਲੀ ਕਣਕ ਦੇ ਵਿੱਚ ਤਾਂ ਸੁਸਰੀ ਪੈ ਜਾਂਦੀ ਹੈ, ਇਹ ਵੀ ਨਹੀਂ। ਸੱਸੇ ਤੇ ਕਹਿੰਦਾ ਜਦੋਂ ਸੁੱਕੀ ਹੋਈ ਕਣਕ ਨੂੰ ਜ਼ੁਬਾਨ ਤੇ ਕੜਕ ਦੀ ਆਵਾਜ਼ ਆਵੇ। ਇਹ ਠੀਕ ਹੈ, ਜਦੋਂ ਬਿਲਕੁਲ ਸੁੱਕ ਜਾਂਦੀ ਹੈ ਕਣਕ, ਕੜਕ ਦੀ ਆਵਾਜ਼ ਆਉਂਦੀ ਹੈ, ਉਦੋਂ ਡਰਮਾਂ ਦੇ ਵਿੱਚ ਪਾਈ ਜਾਂਦੀ ਹੈ, ਪਾਉਣਾ ਚਾਹੀਦਾ ਕਣਕ ਨੂੰ। 14ਵੇਂ ਤੇ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ, ਹੁਣ ਦੇਖੋ ਉਹਨੇ ਕਿਹਾ ਗਲਤ ਹੈ, ਉਹ ਗਲਤ ਦੀ ਗੱਲ ਕਰ ਰਿਹਾ। ਊੜੇ ਤੇ ਦਾਲਾਂ ਅਤੇ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਜ਼ਹਿਰ ਦੀ ਵਰਤੋਂ ਕਰਨਾ ਖਤਰਨਾਕ ਹੈ। ਠੀਕ ਹੈ ਬੱਚੋ, ਕਿਉਂਕਿ ਸੁਰੱਖਿਅਤ ਰੱਖਣ ਲਈ ਜਦੋਂ ਆਪਾਂ ਦਵਾਈਆਂ ਪਾਉਂਦੇ ਹਾਂ ਉਹ ਖਤਰਨਾਕ ਹੁੰਦੀਆਂ ਨੇ। ਆਪਾਂ ਪਰ ਵਾਕ ਜਿਹੜਾ ਗਲਤ ਹੈ ਉਹਦੇ ਤੇ ਨਿਸ਼ਾਨੀ ਲਾਉਣੀ ਹੈ। ਐੜੇ ਤੇ ਜ਼ਹਿਰ ਦਾਲਾਂ ਵਿਚਲੀ ਪ੍ਰੋਟੀਨ ਨਾਲ ਰਲ ਕੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਵੀ ਠੀਕ ਹੈ, ਕਿਉਂਕਿ ਜ਼ਹਿਰ ਜਦੋਂ ਦਾਲ ਦੇ ਵਿੱਚ ਆਪਾਂ ਰੱਖ ਦਿੰਦੇ ਹਾਂ ਗੋਲੀਆਂ ਤਾਂ ਉਹਦੇ ਨਾਲ ਮਿਲ ਜਾਂਦੇ, ਉਹ ਨੁਕਸਾਨ ਕਰਦੇ ਆਪਣੇ ਸਰੀਰ ਨੂੰ। ਈੜੀ ਤੇ ਜਦੋਂ ਅਸੀਂ ਅਨਾਜ ਤੇ ਦਾਲਾਂ ਖਾਂਦੇ ਹਾਂ ਤਾਂ ਜ਼ਹਿਰ ਸਾਡੇ ਸਰੀਰ ਵਿੱਚ ਪਹੁੰਚ ਜਾਂਦੇ ਹਨ। ਤਾਂ ਅਨਾਜ ਤੇ ਦਾਲਾਂ, ਇਹ ਵੀ ਠੀਕ ਹੈ। ਸੱਸੇ ਤੇ ਉਹ ਕਹਿੰਦਾ ਹੈ ਦਾਲਾਂ ਅਤੇ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਕੁਦਰਤੀ ਢੰਗਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂ ਨਹੀਂ ਕਰਨੀ ਚਾਹੀਦੀ? ਸਮਾਧੀ ਕੁਦਰਤੀ ਢੰਗਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਸੱਸਾ ਗਲਤ ਹੈ, ਆਪਾਂ ਸੱਸੇ ਤੇ ਸਹੀ ਦੀ ਨਿਸ਼ਾਨੀ ਲਗਾਵਾਂਗੇ।
15ਵਾਂ ਪ੍ਰਸ਼ਨ ਹੈ ਬੱਚੋ, ਬਾਹਰਲੇ ਦੇਸ਼ਾਂ ਵਿੱਚ ਲੋਕ ਜ਼ਿਆਦਾ ਸਮਾਂ ਡੈਸ਼ ਵਿੱਚ ਲਗਾਉਂਦੇ ਹਨ। ਤਾਂ ਕਿੱਥੇ ਲਗਾਉਂਦੇ ਆ ਬਾਹਰਲੇ ਲੋਕ? ਬਾਹਰਲੇ ਲੋਕਾਂ ਕੋਲੇ ਮਤਲਬ ਉਹ ਸੈਟਲਡ ਹੁੰਦੇ ਆ, ਉਹਨਾਂ ਕੋਲੇ ਆਲਰੇਡੀ ਸਾਰਾ ਕੁਝ ਪੈਸੇ ਵਗੈਰਾ ਹੁੰਦੇ ਆ, ਤਾਂ ਉਹ ਘੁੰਮਣ ਫਿਰਨ ਦੇ ਵਿੱਚ ਸਮਾਂ ਲਗਾਉਂਦੇ ਆ ਬੱਚੋ। ਊੜੇ ਤੇ ਉਹ ਕਹਿੰਦਾ ਤਾਸ਼ ਖੇਡਣ ਦੇ ਵਿੱਚ ਨਹੀਂ ਸਮਾਂ ਲਗਾਉਂਦੇ ਉਹ। ਐੜੇ ਤੇ ਕਹਿੰਦਾ ਪਾਲਤੂ ਕੁੱਤਿਆਂ ਦੀ ਸੰਭਾਲ, ਇਹ ਵੀ ਨਹੀਂ। ਈੜੀ ਤੇ ਕਹਿੰਦੇ ਪੌਦਿਆਂ ਦੀ ਸੰਭਾਲ। ਸੱਸੇ ਤੇ ਕਹਿੰਦੇ ਆ ਘੁੰਮਣ ਫਿਰਨ, ਤਾਂ ਉਹ ਘੁੰਮਣ ਫਿਰਨ ਦੇ ਵਿੱਚ ਆਪਣਾ ਸਮਾਂ ਬਤੀਤ ਕਰਦੇ ਹਨ। ਆਪਾਂ ਸੱਸੇ ਦੇ ਵਿਕਲਪ ਤੇ ਸਹੀ ਦੀ ਨਿਸ਼ਾਨੀ ਲਗਾਵਾਂਗੇ। 16ਵੇਂ ਪ੍ਰਸ਼ਨ ਦੇ ਵਿੱਚ ਹੈ, ਤੰਦਰੁਸਤ ਰਹਿਣ ਲਈ ਸਾਨੂੰ ਹਰ ਰੋਜ਼ ਕੀ ਕਰਨਾ ਚਾਹੀਦਾ ਹੈ? ਤੰਦਰੁਸਤ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਊੜੇ ਦੇ ਫਾਸਟ ਫੂਡ ਖਾਣਾ ਚਾਹੀਦਾ ਹੈ, ਇਹ ਗਲਤ ਹੈ। ਐੜੇ ਤੇ ਕਹਿੰਦਾ ਵੱਧ ਸੌਣਾ ਚਾਹੀਦਾ ਹੈ, ਇਹ ਵੀ ਗਲਤ ਹੈ। ਈੜੀ ਤੇ ਕਹਿੰਦੇ ਨਹਾਉਣਾ ਨਹੀਂ ਚਾਹੀਦਾ, ਇਹ ਵੀ ਗਲਤ ਹੈ। ਸੱਸੇ ਤੇ ਕਸਰਤ ਕਰਨੀ ਚਾਹੀਦੀ ਹੈ, ਤਾਂ ਸਾਨੂੰ ਤੰਦਰੁਸਤ ਰਹਿਣ ਲਈ ਕੀ ਕਰਨਾ ਚਾਹੀਦਾ ਹੈ? ਕਸਰਤ ਕਰਨੀ ਚਾਹੀਦੀ ਹੈ। 17ਵਾਂ ਪ੍ਰਸ਼ਨ ਹੈ, ਬਿਹਾਰ ਦੇ ਲੋਕ ਜ਼ਿਆਦਾ ਮਾਤਰਾ ਵਿੱਚ ਡੈਸ਼ ਖਾਂਦੇ ਹਨ। ਤਾਂ ਬਿਹਾਰ ਦੇ ਲੋਕ ਜ਼ਿਆਦਾ ਮਾਤਰਾ, ਹੁਣ ਬਿਹਾਰ ਦੇ ਵਿੱਚ ਕੀ ਹੁੰਦਾ ਹੈ? ਚਾਵਲ ਹੁੰਦੇ ਆ ਉੱਥੇ, ਤਾਂ ਉਹ ਲੋਕ ਚਾਵਲ ਖਾਂਦੇ ਆ। ਊੜੇ ਤੋਂ ਕਹਿੰਦਾ ਮੱਛੀ, ਇਹ ਨਹੀਂ। ਐੜੇ ਤੇ ਰੋਟੀ ਪੰਜਾਬ ਦੇ ਲੋਕ ਜ਼ਿਆਦਾ ਖਾਂਦੇ ਆ। ਚਾਵਲ ਖਾਂਦੇ ਆ ਉਹ। ਆਪਾਂ ਚਾਵਲ ਤੇ ਈੜੀ ਤੇ ਸਹੀ ਦੀ ਨਿਸ਼ਾਨੀ ਲਗਾਵਾਂਗੇ। 18ਵਾਂ ਪ੍ਰਸ਼ਨ ਹੈ, ਤੁਹਾਡੇ ਸਕੂਲਾਂ ਵਿੱਚ ਕਿਸ ਖੇਡ ਦੇ ਮੁਕਾਬਲੇ ਕਰਵਾਏ ਜਾਂਦੇ ਹਨ? ਤਾਂ ਊੜੇ ਤੇ ਉਹ ਕਹਿੰਦਾ ਦੰਦਾਂ ਨਾਲ ਟਰੈਕਟਰ ਖਿੱਚਣਾ, ਇਹ ਬੇਟੇ ਸਕੂਲਾਂ ਦੇ ਵਿੱਚ ਨਹੀਂ ਖੇਡ ਕਰਾਈ ਜਾਂਦੀ। ਐੜੇ ਤੇ ਕਹਿੰਦੇ ਬਾਜੀਗਰ ਦੀ ਬਾਜੀ, ਇਹ ਵੀ ਨਹੀਂ ਹੁੰਦੀ। ਈੜੀ ਤੇ ਲੰਬੀ ਛਾਲ, ਇਹ ਸਕੂਲਾਂ 'ਚ ਖੇਡ ਕਰਾਈ ਜਾਂਦੀ ਹੈ। ਸੱਸੇ ਤੇ ਅੱਗ ਦੀਆਂ ਲਪਟਾਂ ਉੱਪਰੋਂ ਛਾਲਾ ਮਾਰਨਾ, ਇਹ ਨਹੀਂ ਕਰਾਈ ਜਾਂਦੀ। ਤਾਂ ਈੜੀ ਵਿਕਲਪ ਦੇ ਉੱਪਰ ਆਪਾਂ ਸਹੀ ਦੀ ਨਿਸ਼ਾਨੀ ਲਗਾਵਾਂਗੇ। ਅੱਗੇ 19ਵਾਂ ਪ੍ਰਸ਼ਨ ਹੈ ਤੁਹਾਡਾ। 19ਵੇਂ ਪ੍ਰਸ਼ਨ ਦੇ ਵਿੱਚ ਉਹ ਕਹਿੰਦਾ, ਜੇਕਰ ਜੀਵ ਜੰਤੂਆਂ ਨੂੰ ਖਾਣ ਲਈ ਭੋਜਨ ਦੀ ਕਮੀ ਹੋ ਜਾਵੇ, ਜੀਵ ਜੰਤੂਆਂ ਨੂੰ ਕਿਹਦੀ ਕਮੀ ਹੋ ਜਾਵੇ? ਖਾਣ ਲਈ ਭੋਜਨ ਦੀ, ਤਾਂ ਊੜੇ ਤੇ ਉਹ ਨਾਰਾਜ਼ ਹੋ ਜਾਂਦੇ ਹਨ। ਐੜੇ ਤੇ ਮਰ ਵੀ ਜਾਂਦੇ ਹਨ। ਈੜੀ ਤੰਦਰੁਸਤ ਹੋ ਜਾਂਦੇ ਹਨ। ਸੱਸੇ ਖੁਸ਼ ਹੋ ਜਾਂਦੇ ਹਨ। ਤਾਂ ਜੀਵ ਜੰਤੂ ਵੀ ਬੇਟੇ ਆਮ ਆਪਣੇ ਵਾਂਗੂ ਮਨੁੱਖਾਂ ਵਾਂਗੂ ਮਰ ਵੀ ਜਾਂਦੇ ਹਨ ਜੇ ਭੋਜਨ ਦੀ ਉਹਨਾਂ ਨੂੰ ਕਮੀ ਹੋ ਜਾਵੇ। ਤਾਂ ਆਪਾਂ ਐੜੇ ਤੇ ਸਹੀ ਦੀ ਨਿਸ਼ਾਨੀ ਲਗਾਵਾਂਗੇ। 20ਵਾਂ ਪ੍ਰਸ਼ਨ ਹੈ ਤੁਹਾਡਾ ਅਖੀਰਲਾ ਇਸ ਦਾ, ਜੇਕਰ ਤੁਹਾਨੂੰ ਹੇਠ ਲਿਖਿਆਂ ਨੂੰ ਮਿਲਾਉਣ ਲਈ ਕਿਹਾ ਜਾਵੇ ਤਾਂ ਤੁਸੀਂ ਘੋੜੇ ਦਾ ਮਿਲਾਨ ਕਿਸ ਨਾਲ ਕਰੋਗੇ? ਹੁਣ ਪੁੱਛਿਆ ਕਿਹਦਾ ਉਹਨਾਂ ਨੇ, ਇਹ ਧਿਆਨ ਰੱਖਣਾ। ਉਹਨੇ ਸਿਰਫ ਘੋੜੇ ਦਾ ਪੁੱਛਿਆ ਤਾਂ ਆਪਾਂ ਘੋੜੇ ਦਾ ਹੀ ਜਵਾਬ ਦੇਣਾ ਹੈ। ਊੜੇ ਤੇ ਮੁਰਗੀ ਲਿਖਿਆ, ਆਹ ਬਣਾਇਆ ਹੋਇਆ ਡੱਬਾ ਦੇਖੋ ਘੋੜਾ, ਤਾਂ ਘੋੜਾ ਕਿਹਦੇ ਕੰਮ ਆਉਂਦਾ? ਢੋਆ ਢੋਆਈ ਦੇ। ਉੱਨ ਸਵਾਰੀ ਅੰਡੇ, ਤਾਂ ਘੋੜਾ ਸਵਾਰੀ ਦੇ ਕੰਮ ਆਉਂਦਾ ਹੈ। ਤਾਂ ਆਪਾਂ ਨੀਚੇ ਆਪਸ਼ਨ ਦੇ ਵਿੱਚ ਊੜੇ ਤੇ ਹੀ ਪਿਆ, ਸਵਾਰੀ ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾ ਦਾਂਗੇ। ਤਾਂ ਇਹਦੇ 'ਚ ਵੈਸੇ ਜੇ ਆਪਾਂ ਦੇਖੀਏ ਮੁਰਗੀ ਦਾ ਅੰਡੇ ਨਾਲ ਹੈ, ਖਰਗੋਸ਼ ਦਾ ਉੱਨ, ਗਧਾ ਢੋਆ ਢੋਆਈ। ਤਾਂ ਪਰ ਆਪਾਂ ਨੂੰ ਪੁੱਛਿਆ ਕੀ ਸੀ? ਘੋੜੇ ਦਾ, ਤਾਂ ਆਪਾਂ ਘੋੜੇ ਦਾ ਉੱਤਰ ਸਹੀ ਸਵਾਰੀ ਤੇ ਲਗਾ ਦੇਣਾ। ਤੇ ਇਹ ਬੇਟੇ ਤੁਹਾਡੀ ਵਰਕਸ਼ੀਟ ਨੰਬਰ 3 ਹੋ ਗਈ ਹੈ। ਤੁਹਾਨੂੰ ਪੈਸ ਵਾਸਤੇ ਆਲ ਦਾ ਬੈਸਟ। ਸਾਰਿਆਂ ਨੇ ਘਰ ਬੈਠ ਕੇ ਵਧੀਆ ਆਪਣੀ ਇਹ ਕੁਐਸਚਨਸ ਲਗਾਤਾਰ ਕਰਦੇ ਰਹਿਣਾ ਹੈ। ਓਕੇ ਬੱਚੋ, ਥੈਂਕ ਯੂ।